साहिब जीओ। एकंकार सतगुरु तेह प्रसाद सच होए। वाहिगुरु जी की फतेह। विघ्न विनाशन सोए। श्री नानक अंगद गुरु अमरदास पद बंद। रामदास अर्जन गुरु वार श्री हर गोबिंद। हरि राय हर कृष्ण गोर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणक भगत वैराग। गुरु ग्रंथ साहिब उदद बंदों कर अनुराग। श्री गुरु शब्द कमाए जैन जीते पंच विकार। तिन संतन को बंदना सिर चरणन पर तार। तिन संतन को बंदना सिर चरणन पर तार। सतनाम श्री वाहिगुरु साहिब जीओ। कह पृथिया प्रथमे सफत कर लियो जनेऊ। मैं भी उचरो सफत को तुझको धन देऊं। कह पृथिया प्रथमे सफत कर लियो जनेऊ। वाहिगुरु जी का खालसा वाहिगुरु जी की फतेह। परम सम्मानयोग गुरु खालसा सत संगत जीओ। सतगुरु ने अपार बख्शिश की थी। सब गुरसिख संगतां ने मिल के साडे सिखां दे प्रथम गुरु जाहर पीर जगत गुरु बाबा आप नारायण कलातार जग में परवरियो। निरंकार्यकार जोत जगमंडल करियो। धन धन श्री गुरु नानक देव महाराज दा 549वां प्रकाश पुरब मनाया। अगले साल 2019 विच असीं 550 साला सतगुरु का अवतार पुरब मनावांगे। धन धन श्री गुरु नानक देव महाराज के बारे तुर्की बाणी का यह फैसला है।
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹੁਣੇ ਹੀ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਵਿਦਿਆਰਥੀ 9ਵੀਂ ਟਕਸਾਲ, ਉਹਨਾਂ ਦਾ ਕੀਰਤਨੀ ਜਥਾ ਸ਼ਬਦ ਗਾਇਨ ਕਰ ਰਿਹਾ ਸੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਕੋਈ ਦੇਵਤਾ ਵੀ ਨਹੀਂ ਹੋ ਸਕਦਾ। ਕਿਉਂ? ਗੁਰ ਨਾਲ ਤੋਲਣਾ ਲੱਗੀ, ਖੋਜ ਡਿਠਾ ਬ੍ਰਹਮੰਡ। ਹਜ਼ੂਰ ਫਰਮਾਉਂਦੇ ਨੇ, ਮੈਂ ਤੇ ਸਾਰੇ ਬ੍ਰਹਮੰਡਾਂ ਨੂੰ ਖੋਜ ਕੇ ਦੇਖ ਲਿਆ, ਗੁਰੂ ਦੇ ਬਰਾਬਰ ਦਾ ਮੈਨੂੰ ਤੇ ਕੋਈ ਟੱਕਰਿਆ ਨਹੀਂ। ਇਸੇ ਲਈ ਭੱਟਾਂ ਨੇ ਵੀ ਇਹ ਗੱਲ ਕਹਿ ਦਿੱਤੀ, ਤੇਰੀ ਉਪਮਾ ਤੋਹਿ ਬਣ ਆਵੈ, ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ। ਗੁਰੂ ਨਾਨਕ ਸਾਹਿਬ ਵਰਗਾ ਰਹਿਬਰ ਨਾ ਦੁਨੀਆ ਤੇ ਕੋਈ ਆਇਆ ਤੇ ਨਾ ਹੁਣ ਹੈ, ਨਾ ਕਦੀ ਆਵੇਗਾ। ਕਿਉਂ? ਗੁਰੂ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸੇ ਵਾਸਤੇ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੋਰੇ ਅਵਤਾਰ, ਉਹਨਾਂ 10 ਜਾਮਿਆਂ ਦੇ ਅੰਦਰ ਆਪਣੀ ਗੁਰੂ ਜੋਤ ਗੁਰੂ ਜੁਗਤ ਵਰਤਾ ਕੇ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਾਹ ਪਾਇਆ। ਜਿਹੜਾ ਸਿੱਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਜਿਆ ਸੀ, ਉਸੇ ਸਿੱਖ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤ ਸਿਪਾਹੀ ਦਾ ਆਦਰਸ਼ ਪ੍ਰਦਾਨ ਕਰਕੇ ਖਾਲਸਾ ਬਣਾ ਦਿੱਤਾ। ਜਿਹੜੀ ਫੌਲਾਦੀ ਸ੍ਰੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ, ਉਸ ਦਾ ਲੋਹਾ ਗੁਰੂ ਨਾਨਕ ਸਾਹਿਬ ਜੀ ਨੇ ਤਿਆਰ ਕੀਤਾ ਸੀ। ਕਹਿਣ ਤੋਂ ਭਾਵ ਇਹ, ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਾਰੇ ਸਤਿਗੁਰੂ ਸਾਹਿਬਾਨ ਇੱਕੋ ਹੀ ਜੋਤ ਸਨ, ਇੱਕੋ ਹੀ ਸਰੂਪ ਸਨ, ਇੱਕੋ ਹੀ ਰੱਬੀ ਅਵਤਾਰ ਸਨ। ਉਹਨਾਂ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਬਹੁਤੇ ਸਾਡੇ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਹੜੇ ਗੁਰੂਆਂ ਦੇ ਵਿੱਚ ਵੀ ਵੰਡੀਆਂ ਪਾ ਲੈਂਦੇ ਨੇ। ਗੁਰੂਆਂ ਵਿੱਚ ਵੰਡੀਆਂ। ਅਸੀਂ ਤੇ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਨਹੀਂ ਕਿਸੇ ਨੂੰ ਹੋਰ ਮੰਨਦੇ। ਦੂਜੇ ਕਹਿ ਦਿੰਦੇ ਨੇ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ, ਪਰ ਅਸੀਂ ਐਵੇਂ ਹੀ ਭਰਮ ਭੁਲੇਖੇ ਵਿੱਚ ਪਏ ਹੋਏ ਹਾਂ। ਸਾਨੂੰ ਉਹ ਸਿਧਾਂਤ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਸਾਡਾ ਇੱਕੋ ਹੀ ਗੁਰੂ ਪਿਤਾ ਹੈ, ਇੱਕੋ ਪਿਤਾ ਦੇ ਅਸੀਂ ਪੁੱਤਰ ਹਾਂ। ਉਸ ਧਰਮ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ 10 ਜਾਮਿਆਂ ਵਿੱਚ ਵਰਤੀ। ਕਈ ਵਾਰੀ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਸਾਡੇ 10 ਗੁਰੂ ਹਨ। ਗੁਰੂ 10 ਨਹੀਂ, ਇਹ ਭੁਲੇਖਾ ਸਾਨੂੰ ਵੀ ਦੂਰ ਕਰ ਲੈਣਾ ਚਾਹੀਦਾ ਹੈ। ਗੁਰੂ ਇੱਕ ਹੀ ਸੀ ਤੇ ਗੁਰੂ ਦੇ ਸਰੂਪ 10 ਹਨ। ਗੁਰੂ 10 ਨਹੀਂ, ਗੁਰੂ ਇੱਕ ਹੈ। ਗੁਰੂ ਦੇ ਜਾਮੇ 10 ਹਨ। ਬਸ ਆਹ ਨੁਕਤਾ ਹਰ ਸਿੱਖ ਨੂੰ
ਯਾਦ ਰੱਖਣਾ ਚਾਹੀਦਾ ਹੈ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਇੱਕੋ ਹੀ ਜੋਤ ਤੇ ਜੁਗਤ ਸਾਰੇ ਸਤਿਗੁਰੂ ਸਾਹਿਬਾਨ ਦੇ ਵਿੱਚ ਵਰਤੀ। ਆਪ ਸੰਗਤਾਂ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਸਰਵਣ ਕਰਦੇ ਹੋ। ਹਾਜ਼ੂਰ ਨੇ ਵਡਾਲੀ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ। 3 ਸਾਲ ਦੇ ਕਰੀਬ ਉਸ ਵਡਾਲੀ ਪਿੰਡ ਵਿੱਚ ਰਹੇ, ਜਿਸ ਨੂੰ ਅੱਜ ਗੁਰੂ ਕੀ ਵਡਾਲੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਫਿਰ ਆਪਣੇ ਪਿਤਾਮਾ ਦੀ ਨਗਰੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਰਹਿਣ ਲੱਗ ਪਏ। ਕੁਝ ਸਮਾਂ ਇੱਥੇ ਰਹਿੰਦਿਆਂ ਬਤੀਤ ਹੋਇਆ ਹੈ। ਸਤਿਗੁਰੂ ਬੜੇ ਅਚਰਜ ਬਾਲ ਲੀਲਾ ਦੇ ਕੌਤਕ ਕਰ ਰਹੇ ਨੇ। ਇੱਕ ਵਾਰੀ ਬੁਖਾਰ ਚੜਿਆ, ਮਾਤਾ ਵੀ ਨਿਕਲੀ, ਪਰ 7ਵੇਂ ਦਿਨ ਆਰਾਮ ਆ ਗਿਆ। ਉਹ ਪ੍ਰਸੰਗ ਤੁਸੀਂ ਸੁਣਿਆ। ਹੁਣ ਅੱਗੇ ਬੀਬੀ ਕਰਮੋ ਅਤੇ ਪ੍ਰਿਥੀਆ ਇਹ ਆਪਸ ਵਿੱਚ ਬੈਠ ਕੇ ਗੋਂਦਾਂ ਗੁੰਦਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜੋ ਗੁਰਤਾ ਗੱਦੀ ਹੈ, ਉਹ ਸਾਡੇ ਘਰ ਵਿੱਚ ਕਿਵੇਂ ਆਵੇ। ਫਿਰ ਇਹਨਾਂ ਨੇ ਸੋਚਿਆ, ਚਲੋ ਗੁਰੂ ਅਰਜਨ ਦੇਵ ਮਹਾਰਾਜ ਤੇ ਜਿੰਨਾ ਚਿਰ ਹਨ ਇਹ ਤੇ ਗੁਰੂ ਬਣੇ ਹੋਏ ਨੇ, ਪਰ ਇਹਨਾਂ ਤੋਂ ਬਾਅਦ ਸਾਡੇ ਘਰ ਦੇ ਵਿੱਚ ਗੁਰਤਾ ਗੱਦੀ ਜ਼ਰੂਰ ਆਉਣੀ ਚਾਹੀਦੀ ਹੈ। ਇਹ ਸਾਡੀ ਮਨਸ਼ਾ ਤਾਂ ਪੂਰੀ ਹੋ ਸਕਦੀ ਹੈ ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਫਰਜ਼ੰਦ, ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਨਾ ਰਹਿਣ। ਫਿਰ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਦਾਈ ਨੂੰ ਭੇਜਿਆ, ਉਹ ਤੁਸੀਂ ਪ੍ਰਸੰਗ ਸੁਣਿਆ। ਫਿਰ ਸਵੇਲੇ ਨੂੰ ਭੇਜਿਆ ਤੇ ਗੁਰੂ ਮਹਾਰਾਜ ਨੇ ਉਸ ਸੱਪ ਦਾ ਵੀ ਉਧਾਰ ਕੀਤਾ, ਉਸ ਦਾਈ ਦਾ ਵੀ ਨਿਸਤਾਰਾ ਕੀਤਾ। ਹੁਣ ਤੀਜਾ ਅਟੈਕ ਕਰਨ ਦੀ ਤਿਆਰੀ ਹੋ ਰਹੀ ਹੈ। ਬੀਬੀ ਕਰਮੋ ਤੇ ਪ੍ਰਿਥੀਏ ਨੇ ਦੋਹਾਂ ਨੇ ਗੋਪਤ ਮੀਟਿੰਗ ਕੀਤੀ। ਆਪਾਂ ਸਾਹਿਬਜ਼ਾਦੇ ਨੂੰ ਕਿਵੇਂ ਜਾਨੋਂ ਮਾਰ ਮੁਕਾ ਸਕਦੇ ਹਾਂ। ਪ੍ਰਿਥੀਏ ਨੇ ਅੱਗੋਂ ਆਪਣੀ ਜਿਹੜੀ ਸਕੀਮ ਸਾਜ਼ਿਸ਼ ਘੜੀ ਹੋਈ ਸੀ ਉਹ ਬੀਬੀ ਕਰਮੋ ਨੂੰ ਦੱਸੀ। ਕਹਿਣ ਲੱਗਾ, ਫਿਕਰ ਨਾ ਕਰ, ਮੈਂ ਸਾਰਿਆਂ ਦੇ ਸਾਹਮਣੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਰਵਾ ਦੇਵਾਂਗਾ, ਕੋਈ ਪਤਾ ਨਹੀਂ ਲੱਗਣ ਦੇਵਾਂਗਾ। ਉਸਨੇ ਇੱਕ ਬ੍ਰਾਹਮਣ ਜਾਤੀ ਦਾ ਖਿਡਾਵਾ ਜਿਹੜਾ ਸਾਹਿਬਜ਼ਾਦੇ ਨੂੰ ਚੁੱਕਦਾ ਸੀ, ਖਿਡਾਉਂਦਾ ਸੀ, ਪਾਲਦਾ ਸੀ, ਉਹਨੂੰ ਕਰ ਸਕਿਆ ਤੇ ਉਹਦੇ ਨਾਲ ਇਹਨਾਂ ਨੇ ਬੜੀ ਹਮਦਰਦੀ ਤੇ ਪਿਆਰ ਦੇ ਨਾਲ ਗੱਲਾਂ ਕੀਤੀਆਂ। ਬਈ ਦੇਖ, ਤੇਰਾ ਸੁਭਾਅ ਬਹੁਤ ਵਧੀਆ ਹੈ, ਤੇਰੀ ਸੇਵਾ ਵੀ ਬਹੁਤ ਮਹਾਨ ਹੈ। ਸਾਡਾ ਦਿਲ ਇਹ ਕਰਦਾ ਹੈ ਤੈਨੂੰ ਅਸੀਂ ਆਪਣੇ ਘਰ ਰੱਖੀਏ, ਪਰ ਤੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦੇ ਨੂੰ ਖਿਡਾਉਣਾ ਹੈ। ਇੱਕ ਤੇਰੇ ਕਰਨ ਜੋਗਾ ਕੰਮ ਹੈ, ਤੂੰ ਹੀ ਉਹ ਕਰ ਸਕਦਾ ਹੈ। ਜੇ ਤੂੰ ਉਹ ਕੰਮ ਕਰ ਦੇਵੇਂ ਤੈਨੂੰ ਬਹੁਤ ਵੱਡਾ ਇਨਾਮ ਮਿਲ ਸਕਦਾ ਹੈ, ਉਮਰ ਭਰ ਦਾ ਗੁਜ਼ਾਰਾ ਰੁਜ਼ਗਾਰ ਵੀ ਮਿਲ ਸਕਦਾ ਹੈ, ਤਰ੍ਹਾਂ ਤਰ੍ਹਾਂ ਦੁਨੀਆ ਦੇ ਸੁੱਖ ਵੀ ਤੈਨੂੰ ਮਿਲ ਸਕਦੇ ਨੇ।
ਪਰ ਉਹ ਕੰਮ ਤੇਰੇ ਕਰਨ ਵਾਲਾ ਤੇ ਤੈਨੂੰ ਹੀ ਕਰਨਾ ਪਵੇਗਾ। ਬ੍ਰਾਹਮਣ ਹੈਰਾਨ ਹੋ ਕੇ ਕਹਿਣ ਲੱਗਾ, ਉਹ ਹੈ ਕਿਹੜਾ ਕੰਮ? ਤਾਂ ਅੱਗੋਂ ਪ੍ਰਿਥਵੀ ਕੀ ਕਹਿੰਦਾ ਹੈ, ਉਸ ਬ੍ਰਾਹਮਣ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਉਹਨੂੰ ਇਹ ਗੱਲ ਕਹਿੰਦਾ, ਤੂੰ ਸਹੁੰ ਖਾ। ਜਿਵੇਂ ਆਮ ਦੁਨੀਆ ਦੇ ਲੋਕ ਜਦੋਂ ਕੋਈ ਗੁਪਤ ਮੀਟਿੰਗ ਕਰਦੇ ਨੇ, ਉਸ ਵੇਲੇ ਇਹੀ ਗੱਲ ਆਖਦੇ ਨੇ ਬਈ ਤੈਨੂੰ ਸਹੁੰ ਖਾਣੀ ਪਵੇਗੀ, ਤੂੰ ਇਹ ਗੱਲ ਅੱਗੇ ਨਹੀਂ ਦੱਸੇਗਾ, ਇਹ ਰਾਜ਼ ਨੂੰ ਗੁਪਤ ਰੱਖਿਆ ਜਾਵੇ। ਹੁਣ ਅੱਗੇ ਜਿਵੇਂ ਪ੍ਰਿਥਵੀ ਕਹਿ ਰਿਹਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਪ੍ਰਿਥਿਆ ਪ੍ਰਥਮੇ ਸ਼ਬਦ ਕਰ ਲਿਓ ਜਨੇਊ। ਲੋ ਪ੍ਰਿਥਵੀ ਉਸ ਬ੍ਰਾਹਮਣ ਨੂੰ ਇਹ ਗੱਲ ਆਖਦਾ ਹੈ, ਆ ਤੇਰੀ ਗੱਲ ਵਿੱਚ ਜਨੇਊ ਪਾਇਆ ਹੋਇਆ। ਜਨੇਊ ਹਿੰਦੂ ਧਰਮ ਦਾ ਇੱਕ ਚਿੰਨ੍ਹ ਮੰਨਿਆ ਗਿਆ, ਪਰ ਸਿੱਖ ਧਰਮ ਦੇ ਨਾਲ ਜਨੇਊ ਦਾ ਕੋਈ ਵਾਸਤਾ ਨਹੀਂ। ਇਹ ਵੀ ਗੱਲ ਸਾਨੂੰ ਨੋਟ ਕਰਨੀ ਚਾਹੀਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜਦੋਂ 8 ਸਾਲ ਦੀ ਉਮਰ ਹੋਈ, ਪਿਤਾ ਬਾਬਾ ਕਾਲੂ ਜੀ ਕਹਿਣ ਲੱਗੇ, ਹੁਣ ਮੈਂ ਆਪਣੇ ਪੁੱਤਰ ਨੂੰ ਸਨਾਤਨ ਧਰਮ ਦ੍ਰਿੜ ਕਰਵਾ ਦੇਵਾਂ। ਹਰਦਿਆਲ ਪੁਰੋਹਿਤ ਨੂੰ ਬੁਲਾਇਆ ਗਿਆ, ਉਹ ਬੇਦੀ ਕੁਲ ਦਾ ਪੁਰੋਹਿਤ ਸੀ। ਉਸਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜਨੇਊ ਪਾਉਣਾ ਚਾਹਿਆ, ਜਿਸ ਨੂੰ ਜੰਝੂ ਵੀ ਕਹਿ ਦਿੰਦੇ ਨੇ, ਤੱਗ ਵੀ ਕਹਿ ਦਿੰਦੇ ਨੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਪੁਰੋਹਿਤ ਸਾਹਿਬ, ਇਹ ਜਿਹੜਾ ਤੁਸੀਂ ਜਨੇਊ ਮੇਰੇ ਗਲ ਵਿੱਚ ਪਾ ਰਹੇ ਹੋ, ਇਹਨੇ ਤੇ ਅੱਗ ਵਿੱਚ ਸੜ ਜਾਣਾ, ਇਹਨੇ ਅੱਗੇ ਨਾਲ ਨਹੀਂ ਜਾਣਾ। ਮੈਨੂੰ ਉਹ ਜਨੇਊ ਦਿਓ ਜਿਹੜਾ ਅੱਗੇ ਪਰਲੋਕ ਦੇ ਵਿੱਚ ਵੀ ਮੇਰੇ ਨਾਲ ਜਾਵੇ। ਉਹ ਕਿਹੜਾ ਜਨੇਊ ਹੈ? ਪੁਰੋਹਿਤ ਲਾਜਵਾਬ ਸੀ। ਤਾਂ ਹਜ਼ੂਰ ਨੇ ਖੁਦ ਹੀ ਆਖਿਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਹੀ ਜੀਅ ਕਾ ਹੈ ਤਾਂ ਪਾਂਡੇ ਕਾ। ਇਹ ਗਿਆਨ ਦਾ ਜਨੇਊ ਸਾਡੇ ਗਲ ਵਿੱਚ ਪਾ। ਹਰਦਿਆਲ ਹੈਰਾਨ ਹੋ ਗਿਆ। ਛੋਟੀ ਉਮਰ ਦੇ ਵਿੱਚ ਕਿਸੇ ਬਜ਼ੁਰਗ ਨੂੰ ਕੋਈ ਇਹ ਗੱਲ ਆਖ ਦੇਵੇ, ਹੈ ਵੀ ਹੈਰਾਨੀ ਦੀ ਗੱਲ ਸੀ। ਹੁਣ ਗੁਰੂ ਮਹਾਰਾਜ ਨੇ ਜਨੇਊ ਨਹੀਂ ਸੀ ਪਹਿਨਿਆ। ਸਿੱਖ ਧਰਮ ਦੇ ਵਿੱਚ ਵੀ ਜਨੇਊ ਦੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ। ਇਹ ਹਿੰਦੂ ਧਰਮ ਦਾ ਚਿੰਨ੍ਹ ਜ਼ਰੂਰ ਹੈ। ਫਿਰ 9ਵੇਂ ਪਾਤਸ਼ਾਹ ਦੇ ਸਮੇਂ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਿਸ ਦਾ ਹਵਾਲਾ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਦਿੱਤਾ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕਿਨੋ ਬੜੋ ਕਲੂ ਮੈਂ ਸਾਕਾ। ਤੇ ਜੇ ਸਿੱਖ ਧਰਮ ਦਾ ਜਨੇਊ ਨਾਲ ਕੋਈ ਸੰਬੰਧ ਨਹੀਂ ਸੀ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਝੂ ਦੀ ਰਾਖੀ ਵਾਸਤੇ ਸ਼ਹਾਦਤ ਕਿਉਂ ਪ੍ਰਾਪਤ ਕੀਤੀ? ਇਹਦੇ ਪਿੱਛੇ ਵਿਦਵਾਨਾਂ ਨੇ ਕਾਰਨ ਲਿਖਿਆ ਹੈ। ਜਦੋਂ ਕੋਈ ਧੱਕੇ ਦੇ ਨਾਲ ਕੋਈ ਗੱਲ ਮਨਵਾਉਂਦਾ ਹੈ, ਕੋਈ ਜ਼ੁਲਮੋਂ ਸਿਤਮ ਕਰਦਾ ਹੈ, ਉਹਨੂੰ ਸਿੱਖ ਧਰਮ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਿੰਦੂ ਧਰਮ ਦਾ ਜ਼ੋਰ ਸੀ। ਉਹਨਾਂ ਨੇ ਜ਼ਬਰਦਸਤੀ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਗੁਰੂ ਮਹਾਰਾਜ ਨੇ ਉਸ ਦਾ ਵਿਰੋਧ ਕੀਤਾ, ਨਹੀਂ ਪਾਇਆ। 9ਵੇਂ ਪਾਤਸ਼ਾਹ ਦੇ ਸਮੇਂ ਤੁਸੀਂ ਇਤਿਹਾਸ ਬੜੀ ਵਾਰੀ ਪੜ੍ਹਿਆ ਸੁਣਿਆ ਹੋਵੇਗਾ, ਔਰੰਗਜ਼ੇਬ ਨੇ ਕਹਿ ਦਿੱਤਾ ਸੀ, ਹਿੰਦੁਸਤਾਨ ਦੀ ਧਰਤੀ ਤੇ ਕੇਵਲ ਇੱਕੋ ਹੀ ਮਜ਼ਹਬ ਹੋਣਾ ਚਾਹੀਦਾ। ਉਸ ਨੇ ਹਿੰਦੂਆਂ ਨੂੰ ਜਬਰਨ
ਜਨੇਊ ਉਤਾਰ ਕੇ ਮੁਸਲਮਾਨ ਬਣਾਉਣਾ ਚਾਹਿਆ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਮੈਂ ਤੈਨੂੰ ਜੰਝੋਂ ਨਹੀਂ ਲਾਉਣ ਦੇਵਾਂਗਾ। ਜ਼ਬਰ ਦੇ ਖਿਲਾਫ, ਧਾਰਮਿਕ ਜ਼ੁਲਮ ਦੇ ਖਿਲਾਫ ਗੁਰੂ ਮਹਾਰਾਜ ਨੇ ਸਟੈਂਡ ਲਿਆ। ਸੋ ਇੱਥੇ ਪ੍ਰਿਥੀਆ ਉਸ ਬ੍ਰਾਹਮਣ ਨੂੰ ਕਹਿੰਦਾ ਵੀ ਜਿਹੜਾ ਤੇਰੇ ਗਲ ਵਿੱਚ ਜਨੇਊ ਪਾਇਆ ਹੋਇਆ ਤੁਹਾਡੇ ਹਿੰਦੂ ਧਰਮ ਦਾ ਚਿੰਨ੍ਹ ਹੈ, ਆਪਣੇ ਧਰਮ ਦੀ ਸਹੁੰ ਖਾ ਤੇ ਜਨੇਊ ਹੱਥ ਵਿੱਚ ਫੜ ਕੇ ਕਹਿ ਵੀ ਮੈਂ ਇਹ ਗੱਲ ਅੱਗੇ ਕਿਸੇ ਨੂੰ ਨਹੀਂ ਦੱਸਾਂਗਾ। ਮੈਂ ਵੀ ਉਚਰੋਂ ਸਬਤ ਕੋ ਤੁਝ ਕੋ ਧਨ ਦੇਉ। ਤੇ ਪ੍ਰਿਥੀਆ ਨਾਲ ਹੀ ਕਹਿੰਦਾ ਬ੍ਰਾਹਮਣ ਨੂੰ, ਮੈਂ ਵੀ ਤੈਨੂੰ ਜਿੰਨਾ ਆਖੇਂਗਾ ਓਨਾ ਹੀ ਧਨ ਦੇਵਾਂਗਾ। ਜੇ ਮੈਂ ਮੁਕਰਿਆ ਮੈਂ ਵੀ ਸਹੁੰ ਖਾਨਾ, ਮੈਂ ਵੀ ਮੁਕਰਾਂਗਾ ਨਹੀਂ। ਜੋ ਤੇਰੇ ਨਾਲ ਵਾਅਦਾ ਕੀਤਾ ਹੈ, ਜੋ ਪ੍ਰੋਮਿਸ ਕੀਤਾ ਹੈ, ਉਹਨਾਂ ਧਨ ਵੀ ਤੈਨੂੰ ਜ਼ਰੂਰ ਦੇਵਾਂਗਾ। ਮੋਰ ਤੋਰ ਚੋਂ ਸਰੋਨ ਤੇ ਸੁਨਹਿ ਨਹਿ ਪੰਚੋਂ। ਤੇ ਨਾਲ ਹੀ ਕਹਿੰਦਾ ਮੇਰੇ ਤੇ ਤੇਰੇ ਬਿਨਾ ਦੋ ਕੰਨ ਮੇਰੇ ਨੇ, ਦੋ ਹੀ ਤੇਰੇ ਨੇ। ਪੰਜਵੇਂ ਕੰਨ ਦੇ ਵਿੱਚ ਇਹ ਗੱਲ ਨਹੀਂ ਜਾਣੀ ਚਾਹੀਦੀ ਕਿ ਮੇਰੇ ਤੇ ਤੇਰੇ ਦੋਹਾਂ ਦੇ ਵਿੱਚ ਹੀ ਇਹ ਗੱਲ ਰਹਿਣੀ ਚਾਹੀਦੀ ਹੈ। ਦੋਨੋਂ ਕੋ ਵਿਸ਼ਵਾਸ ਹੋਏ ਸੰਸੈ ਨਹਿ ਰੰਚੋ। ਤੇ ਦੋਹਾਂ ਨੂੰ ਵਿਸ਼ਵਾਸ ਹੋ ਜਾਵੇਗਾ ਜਦੋਂ ਸਹੁੰ ਖਾ ਲਈ ਤੇ ਦੋਹਾਂ ਨੂੰ ਇੱਕ ਦੂਜੇ ਦੇ ਉੱਤੇ ਕੋਈ ਸੰਦੇਹ ਭੁਲੇਖਾ ਨਹੀਂ ਰਵੇਗਾ। ਸਬਤ ਕਰਨ ਤੇ ਹੋਤ ਦ੍ਰਿੜ ਸੰਦੇਹ ਨਾ ਹੋਵੇ। ਜਦੋਂ ਕੋਈ ਆਦਮੀ ਸਹੁੰ ਖਾ ਲੈਂਦਾ ਹੈ ਨਾ, ਫਿਰ ਉਹਦੇ ਉੱਤੇ ਵਿਸ਼ਵਾਸ ਪੱਕਾ ਹੋ ਜਾਂਦਾ ਹੈ। ਫਿਰ ਆਦਮੀ ਉਹਦੇ ਉੱਤੇ ਕੋਈ ਸੰਦੇਹ ਨਹੀਂ ਕਰ ਸਕਦਾ। ਧੀਰਜ ਉਪਜੈ ਦੋਹਨ ਕੇ ਸਿਧ ਕਾਰਜ ਜੋਵੈ। ਤੇ ਦੋਹਾਂ ਦੇ ਮਨ ਵਿੱਚ ਧੀਰਜ ਹੋ ਜਾਵੇਗਾ ਤੇ ਕਾਰਜ ਵੀ ਸਿੱਧ ਹੋ ਜਾਵੇਗਾ। ਜਿਹੜੀ ਗੱਲ ਮੈਂ ਤੈਨੂੰ ਕਹਿਣੀ ਹੈ ਨਾ, ਉਹ ਮੇਰੇ ਤੇ ਤੇਰੇ ਬਿਨਾ ਹੋਰ ਨੂੰ ਨਹੀਂ ਉਸਦਾ ਪਤਾ ਹੋਣਾ ਚਾਹੀਦਾ। ਲਿਓ ਜਨੇਊ ਹਾਥ ਕਹਿ ਨੈ ਕਹੂੰ ਬਖਾਨੋ। ਲੋਏ ਪੰਡਤ ਨੂੰ ਪ੍ਰਿਥੀਆ ਕਹਿੰਦਾ, ਤੂੰ ਹੱਥ ਵਿੱਚ ਜਨੇਊ ਪਕੜ, ਧਰਮ ਦੀ ਸਹੁੰ ਖਾ ਕਿ ਮੈਂ ਅੱਗੇ ਕਿਸੇ ਹੋਰ ਨੂੰ ਬਿਲਕੁਲ ਨਹੀਂ ਇਹ ਗੱਲ ਦੱਸਾਂਗਾ। ਤਨ ਮਨ ਤੇ ਬਲ ਬੁੱਧ ਤੇ ਤੁਮਰੋ ਹਿਤ ਠਾਨੋ। ਮਨ ਕਰਕੇ, ਤਨ ਕਰਕੇ, ਬੁੱਧੀ ਅਕਲ ਕਰਕੇ ਮੈਂ ਤੇਰਾ ਭਲਾ ਕਰਾਂਗਾ, ਤੇਰੇ ਫਾਇਦੇ ਦੀ ਗੱਲ ਕਰਾਂਗਾ। ਸੁਨਤ ਵਿਪਰ ਨੇ ਬਚ ਕਹੇ ਗਏ ਹਾਥ ਜਨੇਊ। ਲੋਕ ਬ੍ਰਾਹਮਣ ਹੁਣ ਲਾਲਚ ਵਿੱਚ ਫਸ ਗਿਆ। ਇਹਨੇ ਹੱਥ ਵਿੱਚ ਜਨੇਊ ਫੜਿਆ, ਹਿੰਦੂ ਧਰਮ ਦੀ ਸਹੁੰ ਖਾ ਕੇ ਕਹਿਣ ਲੱਗਿਆ, ਗੋਪ ਬਾਤ ਜਿਮ ਤੁਮ ਕਹੋ ਨੈ ਕਹੂੰ ਕਹੇਊ। ਕਹਿਣ ਲੱਗਾ ਪ੍ਰਿਥਵੀ ਨੂੰ, ਜਿਵੇਂ ਤੂੰ ਕਹਿਣਾ ਨਾ ਵੀ ਇਸ ਗੱਲ ਨੂੰ ਗੋਪਤ ਰੱਖਣਾ, ਮੈਂ ਗੁਪਤ ਹੀ ਰੱਖਾਂਗਾ, ਕਿਸੇ ਹੋਰ ਨੂੰ ਅੱਗੇ ਬਿਲਕੁਲ ਨਹੀਂ ਦੱਸਾਂਗਾ। ਜੇ ਮੁਝ ਤੇ ਹੋਏ ਆਏ ਹੈ ਤਾਂ ਮੈਂ ਕਰਦੈ ਹੂੰ। ਹਾਂ, ਜਿਹੜਾ ਤੂੰ ਕੰਮ ਮੇਰੇ ਜੁਮੇ ਲਾਵੇਂਗਾ, ਜੇ ਮੇਰੇ ਕੋਲੋਂ ਹੋ ਸਕਦਾ ਹੋਵੇ ਉਹ ਵੀ ਮੈਂ ਜ਼ਰੂਰ ਕਰਾਂਗਾ। ਨਹੀਂ ਤਾਂ ਇਸ ਕੀ ਸਫਤ ਮੁਝ ਨੈ ਆਨ ਸੁਨੇਹਾ। ਨਹੀਂ ਤੇ ਮੈਨੂੰ ਇਹ ਧਰਮ ਦੀ ਸਹੁੰ ਹੈ। ਜੰਨੂ ਹੱਥ ਵਿੱਚ ਫੜ ਕੇ ਕਹਿੰਦਾ, ਮੈਨੂੰ ਧਰਮ ਦੀ ਸਹੁੰ ਹੈ, ਮੈਂ ਕਿਸੇ ਨੂੰ ਹੋਰ ਅੱਗੇ ਗੱਲ ਨਹੀਂ ਸੁਣਾਵਾਂਗਾ। ਸੁਣ ਪ੍ਰਿਥੀਏ ਧੀਰਜ ਪਈ ਨਿਜ ਕਪਟ ਸੁਣਾਵਾ। ਸੁਣ ਕੇ ਪ੍ਰਿਥੀਏ ਦੇ ਮਨ ਨੂੰ ਢਾਰਸ ਮਿਲੀ, ਧੀਰਜ ਆਇਆ ਤੇ ਫਿਰ ਆਪਣਾ ਅੰਦਰੋਂ ਜਿਹੜਾ ਕਪਟ ਦਾ ਕੋਈ ਬਚਨ ਸੀ ਉਹ ਇਹਨੂੰ ਸੁਣਾਉਣ ਲੱਗਿਆ। ਇਹ ਦਿਜ ਅਬ ਪੁਕਾਰ ਕਰ ਤਨ ਇਹੋ ਮਨ ਭਾਵਾ। ਕੀ ਕਹਿੰਦਾ, ਐ ਬ੍ਰਾਹਮਣ ਦੇਵਤਾ ਜੀ, ਤੁਸੀਂ ਮੇਰੇ ਤੇ ਪਰਉਪਕਾਰ ਕਰੋ ਤੇ ਮਨ ਚ ਧਨ ਵੀ ਮੇਰੇ ਪਾਸੋਂ ਲੈ ਲਵੋ। ਹਰ ਗੋਬਿੰਦ ਕੋ ਦਿਓ ਬਿਖ ਇਹ ਕਾਰਜ ਮੇਰਾ। ਬਸ ਆ ਮੇਰਾ ਵੱਡਾ ਕਾਰਜ ਹੈ, ਇਹ ਮੇਰਾ ਕੰਡਾ ਕੱਢ ਦਿਓ। ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦੇਣਾ ਕਿੰਨਾ ਘਿਨਾਉਣਾ ਅਪਰਾਧ ਹੈ, ਕਿੰਨਾ ਘੋਰ ਬੱਜਰ ਪਾਪ ਹੈ। ਹੁਣ ਪ੍ਰਿਥੀਆ ਸੋਢੀਆਂ ਦੀ ਕੁਲ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ, ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਜੇਠਾ ਪੁੱਤਰ, ਪਰ ਸੋਚ ਕਿੰਨੀ ਮਾੜੀ ਹੈ। ਕਹਿਣ ਲੱਗਾ, ਸਾਹਿਬਜ਼ਾਦੇ ਨੂੰ ਜ਼ਹਿਰ ਦੇ ਦਿਓ, ਇਹ ਮੇਰਾ ਕੰਮ ਕਰ ਦੇਣਾ। ਸਲ ਹਿਰਦੈ ਕਰਤਾ ਕਰਕ ਦੁਖ ਦਿਖੈ ਕਨੇਰਾ। ਕਿਉਂਕਿ ਮੇਰੇ ਸੀਨੇ ਵਿੱਚ ਸਲ ਵੱਜਿਆ ਹੋਇਆ, ਬਹੁਤ ਚੀਸ ਪੈਦਾ ਹੁੰਦੀ, ਬੜੀ ਰੜਕ ਪੈਦਾ ਹੁੰਦੀ ਹੈ, ਮੈਨੂੰ ਬਹੁਤਾ ਇਹ ਦੁੱਖ ਦੇ ਰਿਹਾ ਹੈ। ਸ੍ਰੀ ਅਰਜਨ ਸੁਤ ਬਿਨ ਰਹਿ ਗੁਰਤਾ ਹਮ ਪਾਵਹਿ। ਲੋ, ਜਦੋਂ ਸਾਹਿਬਜ਼ਾਦਾ ਨਹੀਂ ਰਵੇਗਾ ਤੇ ਗੁਰੂ ਅਰਜਨ ਦੇਵ ਮਹਾਰਾਜ ਉਹ ਵੀ ਪੁੱਤਰ ਤੋਂ ਬਿਨਾਂ ਰਹਿਣਗੇ,
ਤੇ ਗੁਰਤਾ ਗੱਦੀ ਫਿਰ ਸਾਡੇ ਘਰ ਵਿੱਚ ਆ ਜਾਵੇਗੀ। ਨਾਹੇ ਤਾਂ ਇਨਕੇ ਬੰਸ ਤੇ ਕਿਉਂ ਨਾ ਕਰਿਆ ਵਹਿ। ਨਹੀਂ ਤੇ ਇਹਨਾਂ ਦੀ ਬੰਸ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਹੀ ਗੁਰਤਾ ਰਵੇਗੀ ਤੇ ਸਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਵੀ ਨਹੀਂ ਆ ਸਕਦੀ। ਇਹੋ ਰਜਤ ਪਣ ਪੰਚ ਸੈ ਹਮ ਤੇ ਤਤਕਾਲਾ। ਲੋ ਪਹਿਲਾਂ ਇਹ ਐਡਵਾਂਸ ਮਾਇਆ 500 ਰੁਪਏ ਦਾ ਇਹਨੂੰ ਲਾਲਚ ਦਿੱਤਾ, ਲੈ 500 ਰੁਪਇਆ ਤੇ ਹੁਣ ਲੈ। ਤੇ ਇਹ ਜਿਹੜਾ ਕੰਮ ਹੈ ਬਹੁਤ ਛੇਤੀ ਕਰਨਾ ਚਾਹੀਦਾ ਹੈ। ਸਰਬ ਆਰ ਬਲ ਰਗ ਰਹੋ ਸੁਖ ਦਿਓ ਵਿਸਾਲਾ। ਸਾਰੀ ਉਮਰ ਤੂੰ ਮੇਰੇ ਕੋਲ ਰਵੀਂ ਤੇ ਮੈਂ ਤੈਨੂੰ ਸਾਰੇ ਦੁਨੀਆ ਦੇ ਸੁੱਖ ਦੇਵਾਂਗਾ। ਸੁਣ ਦੇ ਜਨੇ ਤੂਸਨ ਕਰੀ ਪਨ ਪ੍ਰਿਥਿਆ ਭਾਖੈ। ਸੁਣ ਕੇ ਬ੍ਰਾਹਮਣ ਇੱਕ ਵਾਰੀ ਤੇ ਹੈਰਾਨ ਜਿਹਾ ਹੋ ਗਿਆ, ਠਠੰਬਰ ਜੇ ਗਿਆ, ਬੋਲ ਨਹੀਂ ਸਕਿਆ, ਚੁੱਪ ਹੋ ਗਿਆ। ਫਿਰ ਅੱਗੋਂ ਪ੍ਰਿਥਿਆ ਫਿਰ ਬੋਲਿਆ, ਮੋਹਿ ਜਿਨੇਉ ਕੀ ਸਬਥ ਤਨ ਕਹਿਓ ਨਾ ਰਾਖੈ। ਕਹਿਣ ਲੱਗਾ ਬ੍ਰਾਹਮਣ ਦੇਵਤਾ ਜੀ, ਥੋੜਾ ਜਿਹਾ ਇਹ ਤੁਹਾਡੇ ਕਰਨ ਵਾਲਾ ਕੰਮ ਹੈ, ਇਹ ਕੰਮ ਕਰ ਦਿਓ। ਮੈਂ ਵੀ ਸਹੁੰ ਖਾਨਾ ਹੈ ਤੇ ਜੇ ਮੈਂ ਤੁਹਾਨੂੰ ਤਾਂ ਨਾ ਦੇਵਾਂ ਜ਼ਰੂਰ ਦੇਵਾਂਗਾ, ਹੋਰ ਧਨ ਵੀ। ਆਪਰ ਰੀਤ ਖਾਤਰ ਜਮਾ ਜਮ ਹੋਵੈ ਤੇਰੀ। ਤੇ ਨਾਲ ਹੀ ਪ੍ਰਿਥਿਆ ਕਹਿੰਦਾ ਬ੍ਰਾਹਮਣ ਦੇਵਤਾ ਜੀ, ਜਿਵੇਂ ਹੋਰ ਕਿਸੇ ਵੀ ਢੰਗ ਦੇ ਨਾਲ ਤੁਹਾਡੇ ਮਨ ਦੀ ਤਸੱਲੀ ਹੋ ਸਕਦੀ ਹੈ, ਤੁਹਾਡੇ ਮਨ ਨੂੰ ਵਿਸ਼ਵਾਸ ਹੋ ਸਕਦਾ ਹੈ, ਉਹ ਮੈਨੂੰ ਦੱਸ ਸਕਦੇ ਹੋ। ਹਮਨੇ ਕੂਰ ਬਖਾਨ ਤੇ ਕਿਉਂ ਚਿੰਤ ਕਨੇਰੀ। ਮੈਂ ਕਦੇ ਝੂਠ ਨਹੀਂ ਬੋਲਦਾ, ਤੂੰ ਕਿਸੇ ਗੱਲ ਦਾ ਫਿਕਰ ਨਾ ਕਰ, ਜੋ ਤੂੰ ਆਖੇਗਾ ਉਵੇਂ ਹੋਵੇਗਾ। ਇਹੋ ਕਰਨੋ ਤੁਝ ਕੋ ਸੁਗਮ ਨਿਤ ਰਖੈ ਉਛੰਗਾ। ਕਿਉਂਕਿ ਤੈਨੂੰ ਇਸ ਲਈ ਮੈਂ ਆਖਿਆ ਹੈ, ਤੇਰੇ ਲਈ ਇਹ ਕੰਮ ਕਰਨਾ ਬਹੁਤ ਸੁਖਾਲ ਹੈ। ਕਿਉਂ ਤੂੰ ਸਾਹਿਬਜ਼ਾਦੇ ਨੂੰ ਹਰ ਵੇਲੇ ਗੋਦ ਵਿੱਚ ਚੱਕੀ ਰੱਖਦਾ ਹੈ। ਕਿਸੋਂ ਬਿਦ ਮੁਖ ਦੀਜੀਏ ਨਾ ਦੇਖੈ ਗੰਗਾ। ਪਰ ਇਸ ਗੱਲ ਦਾ ਖਿਆਲ ਰੱਖੀ ਮਾਤਾ ਗੰਗਾ ਜੀ ਨੂੰ ਪਤਾ ਨਾ ਲੱਗ ਜਾਵੇ। ਗੁਪਤ ਢੰਗ ਦੇ ਨਾਲ ਸਾਹਿਬਜ਼ਾਦੇ ਨੂੰ ਜ਼ਹਿਰ ਦੇਣੀ ਹੈ। ਇੱਕ ਵਾਰੀ ਸਾਹਿਬਜ਼ਾਦੇ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਦੇਵੀਂ, ਫਿਰ ਅਗਲੀ ਗੱਲ ਮੈਂ ਆਪੇ ਸੰਭਾਲ ਲਵਾਂਗਾ। ਆਪਰ ਨ ਕੋ ਰਖਵਾਰ ਹੈ ਤੁਝ ਪਰ ਵਿਸ਼ਵਾਸਾ। ਕਿਉਂਕਿ ਮਾਤਾ ਗੰਗਾ ਜੀ ਨੂੰ ਤੇ ਬਾਕੀ ਗੁਰੂ ਕੇ ਪਰਿਵਾਰ ਨੂੰ ਤੇਰੇ ਤੇ ਬੜਾ ਭਰੋਸਾ ਹੈ, ਤੇਰੇ ਤੇ ਬੜਾ ਨਾਜ਼ ਹੈ, ਤੇਰੇ ਤੇ ਬੜਾ ਫਖਰ ਹੈ। ਇਹ ਕੰਮ ਤੇਰੇ ਕਰਨ ਵਾਲਾ ਹੈ, ਹੋਰ ਕੋਈ ਉਹਨੂੰ ਬਚਾਉਣ ਵਾਲਾ ਨਹੀਂ ਹੈ। ਜੇ ਬਿਕ ਮ੍ਰਿਤਕ ਕੀਜੀਐ ਕਹਿ ਸੂਲ ਪ੍ਰਕਾਸ਼ਾ। ਬਸ ਜ਼ਹਿਰ ਦੇ ਕੇ ਉਹਨਾਂ ਨੂੰ ਮਾਰ ਦੇਵੀਂ ਤੇ ਬਾਅਦ ਵਿੱਚ ਜੇ ਕੋਈ ਗੱਲ ਚੱਲੇ ਤੇ ਕਹਿ ਦੇਵੀਂ ਜੀ ਸੂਲ ਹੋ ਗਿਆ, ਪੇਟ 'ਚ ਦਰਦ ਹੋ ਗਈ, ਉਹਦੇ ਨਾਲ ਇਹਨਾਂ ਦੀ ਮੌਤ ਹੋ ਗਈ। ਕੋਈ ਨਾ ਜਾਣੈ ਬਿਖਦਈ ਸਭ ਸੂਲ ਪਛਾਨੈ। ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਬ੍ਰਾਹਮਣ ਨੇ ਜ਼ਹਿਰ ਦਿੱਤੀ ਹੈ ਤੇ ਸਾਰੇ ਇਹੀ ਸਮਝਣਗੇ ਵੀ ਪੇਟ ਵਿੱਚ ਦਰਦ ਹੋਇਆ, ਅਟੈਕ ਹੋ ਗਿਆ, ਉਹਦੇ ਨਾਲ ਮੌਤ ਹੋ ਗਈ। ਤੂੰ ਕੌਨੈ ਕੇ ਭਾਂਤ ਡਰ ਹਮ ਪਖ ਕੋ ਠਾਨ ਹੈ। ਪ੍ਰਿਥਿਆ ਇਹਨੂੰ ਪੱਕੀ ਗਰੰਟੀ ਦਿੰਦਾ ਹੈ, ਕਹਿੰਦਾ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਕਿਉਂ? ਅਸੀਂ ਤੇਰਾ ਪੱਖ ਕਰਾਂਗੇ, ਤੇਰੀ ਸਪੋਰਟ ਕਰਾਂਗੇ। ਤੂੰ ਸਾਡਾ ਕੰਮ ਕਰੀ, ਅਸੀਂ ਤੇਰੀ ਸਪੋਰਟ ਕਰਾਂਗੇ, ਜਿਵੇਂ ਤੇਰਾ ਹੋ ਸਕਦਾ ਬਚਾਅ ਕਰਾਂਗੇ। ਜੇ ਕੋਈ ਤਵ ਨਾਮ ਲੈ ਡਾਂਟੋ ਬਹੁਤਾਹੀ। ਲੋ ਜੇ ਕੋਈ ਤੇਰਾ ਨਾਮ ਵੀ ਲਵੇ ਨਾ ਵੀ ਉਹ ਬ੍ਰਾਹਮਣ ਨੇ ਐਸਾ ਕਾਰਾ ਕੀਤਾ ਹੈ, ਤੇ ਮੈਂ ਉਹਨੂੰ ਡਾਂਟਾਂਗਾ, ਤਾੜਾਂਗਾ ਤੇ ਉਹਨੂੰ ਚੁੱਪ ਕਰਾ ਦੇਵਾਂਗਾ। ਨਤ ਆਵੋ ਹਮਰੇ ਸਦਨ ਕਿਸ ਦੇਵਹਿ ਨਾਹੀ। ਤੇ ਨਹੀਂ ਤੇ ਜ਼ਹਿਰ ਦੇ ਕੇ ਦੌੜ ਕੇ ਮੇਰੇ ਘਰ ਆ ਜਾਵੀਂ ਤੇ ਕੀ ਮਜਾਲਾ ਮੇਰੇ ਘਰੋਂ ਤੈਨੂੰ ਕੋਈ ਹੋਰ ਲੈ ਜਾਵੇ। ਮੈਂ ਬਿਲਕੁਲ ਤੈਨੂੰ ਆਪਣੀ ਸ਼ਰਨ ਵਿੱਚ ਰੱਖਾਂਗਾ। ਦਰਬ ਲੋਭ ਤੇ ਫਿਰ ਗਇਓ ਦਜ ਮੂੜ ਵਡੇਰਾ। ਕਵੀ ਜੀ ਕਹਿੰਦੇ ਨੇ ਇਹ ਜਿਹੜਾ ਬ੍ਰਾਹਮਣ ਸੀ ਨਾ, ਬਹੁਤਾ ਵੱਡਾ ਮੂਰਖ ਸੀ, ਤੇ ਜਦੋਂ ਪ੍ਰਿਥਵੀ ਨੇ ਧਨ ਦਾ ਲਾਲਚ ਦਿੱਤਾ ਨਾ, ਉਹਦੇ ਨਾਲ ਇਹਦਾ ਮਨ ਵੀ ਬਦਲ ਗਿਆ। ਪਹਿਲਾਂ ਤੇ ਗੁਰੂ ਕਾ ਸ਼ਰਧਾਲੂ ਸੀ, ਸੇਵਾ ਕਰਦਾ ਸੀ, ਪਰ ਹੁਣ ਇਹਦਾ ਮਨ ਬੇਈਮਾਨ ਹੋ ਗਿਆ। ਕਹਿਓ ਗੰਗ ਸੁਧ ਨਿਤ ਰਖੈ ਲਖ ਸੰਜ ਸਵੇਰਾ। ਲੋ ਹੁਣ ਕੀ ਕਰਦਾ ਹੈ ਵੀ ਹੁਣ ਮਾਤਾ ਗੰਗਾ ਜੀ ਹਮੇਸ਼ਾ ਲਈ ਸਾਹਿਬਜ਼ਾਦੇ ਦੀ ਖਬਰਸਾਰ ਰੱਖਦੇ ਨੇ। ਸਵੇਰੇ ਸ਼ਾਮ ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਆਪਣੀ ਨਿਗਰਾਨੀ ਵਿੱਚ ਰੱਖਦੇ ਹਨ। ਨਹੀਂ ਅਪਰ ਕੀ ਚੌਕਸੀ ਲਾਗੇ ਨਿਜ ਕਾਜਾ। ਹੋਰ ਕਿਸੇ ਦੀ ਚੌਕਸੀ ਨੇ ਨਹੀਂ ਹੁੰਦੀ। ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਨੇ, ਇਸ ਲਈ ਮਾਤਾ ਗੰਗਾ ਜੀ ਉਹ ਹਮੇਸ਼ਾ ਲਈ ਸਾਹਿਬਜ਼ਾਦੇ ਦਾ ਫਿਕਰ ਕਰਦੇ ਨੇ, ਤੇ ਉਹਨਾਂ ਨੂੰ ਕਿਸੇ ਕੰਮ ਦੇ ਵਿੱਚ ਜਦੋਂ ਲੱਗ ਜਾਣ ਉਸ ਵੇਲੇ ਤੂੰ ਇਹ ਕੰਮ ਕਰੀ। ਘਰ ਅੰਤਰ ਮੈਂ ਰਾਖ ਤੋ ਜੇ ਸਕਲ ਸਮਾਜਾ। ਇਹ ਬ੍ਰਾਹਮਣ ਕਹਿੰਦਾ ਘਰ ਦੇ ਅੰਦਰ ਮੈਂ ਹੀ ਸਾਹਿਬਜ਼ਾਦੇ ਨੂੰ ਚੁੱਕ ਕੇ ਰੱਖਦਾ ਹਾਂ,
ਉੱਥੇ ਗੁਰੂ ਘਰ ਦੇ ਵਿੱਚ ਹੋਰ ਵੀ ਸਾਜੋ ਸਾਮਾਨ ਹੁੰਦਾ ਹੈ, ਸੰਗਤਾਂ ਨੇ, ਸੇਵਾਦਾਰ ਨੇ, ਪਰ ਮੇਰੇ ਤੇ ਬਹੁਤਾ ਵਿਸ਼ਵਾਸ ਕਰਦੇ ਹਨ। ਕਹਿ ਪ੍ਰਿਥੀਆ ਬਲ ਬੁੱਧ ਕਰ ਛਲ ਠਾਨੋ ਐਸੇ। ਪ੍ਰਿਥੀਆ ਕਹਿੰਦਾ ਬ੍ਰਾਹਮਣ ਨੂੰ, ਤੂੰ ਆਪਣਾ ਬਲ, ਬੁੱਧੀ ਦਾ ਬਲ ਕਰਕੇ ਇਹੋ ਜਿਹਾ ਛਲ ਧਾਰਨ ਕਰੀ, ਇਹੋ ਜਿਹਾ ਨਾਟਕ ਖੇਡੀ, ਇਹੋ ਜਿਹਾ ਡਰਾਮਾ ਕਰੀ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਕਰ ਮੈਂ ਬਿਕ ਦਿਓ ਲਖੈ ਨ ਗੰਗਾ ਕਿਮ ਜੈਸੇ। ਉਹ ਮਾਤਾ ਗੰਗਾ ਜੀ ਨੂੰ ਵੀ ਪਤਾ ਨਾ ਲੱਗ ਜਾਵੇ। ਘਰ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਜ਼ਹਿਰ ਦੇ ਦੇਵੀਂ, ਕਿਸੇ ਨੂੰ ਪਤਾ ਨਾ ਲੱਗੇ, ਸਭ ਕੁਝ ਗੁਪਤ ਹੀ ਰੱਖਣਾ ਹੈ। ਹੁਣ ਤੁਝ ਕੋ ਕਿਸ ਡਰ ਨਹੀਂ, ਆਵੋ ਮੁਝ ਪਾਸੂ। ਲੋ ਇੱਕ ਵਾਰੀ ਤੂੰ ਜ਼ਹਿਰ ਦੇਣੀ, ਇਹ ਤੇਰਾ ਕੰਮ ਹੈ। ਉਸ ਤੋਂ ਬਾਅਦ ਤੂੰ ਮੇਰੇ ਘਰ ਆ ਜਾਵੀਂ ਤੇ ਮੈਂ ਤੈਨੂੰ ਆਪਣੇ ਪਾਸ ਰੱਖਾਂਗਾ, ਤੇਰੀ ਕੋਈ ਹਵਾ ਵੱਲ ਨਹੀਂ ਝਾਕ ਸਕਦਾ। ਇਸ ਪ੍ਰਕਾਰ ਦੇ ਦ੍ਰਿੜ ਕਹਿਓ ਸਭ ਦੇ ਪਰਵਾਸੂ। ਇਸ ਢੰਗ ਦੇ ਨਾਲ ਉਸ ਬ੍ਰਾਹਮਣ ਨੇ ਸਭ ਤਰ੍ਹਾਂ ਦੇ ਨਾਲ ਵਿਸ਼ਵਾਸ ਦੇ ਕੇ ਤੇ ਇਹ ਗੱਲ ਪੱਕੀ ਕਰ ਲਈ। ਇਹਨਾਂ ਨੇ ਮਤਾ ਪਾਸ ਕਰ ਲਿਆ। ਆਪਰ ਬਹੁਤ ਮਸਰਤ ਕਰੀ ਕਹਿ ਲਗ ਲਿਖ ਸੋ। ਲੋ ਹੋਰ ਬਹੁਤ ਸਾਰੀਆਂ ਸਲਾਹਾਂ ਕਰਦੇ ਰਹੇ। ਕਵੀ ਜੀ ਕਹਿੰਦੇ ਨੇ ਜੋ ਇਹਨਾਂ ਨੇ ਗੁਪਤ ਵਾਰਤਾ ਕੀਤੀ ਉਹਦੇ ਬਾਰੇ ਕਿੱਥੋਂ ਤੱਕ ਤੁਹਾਨੂੰ ਦਸੀਏ। ਕਪਟ ਕਰਨ ਕੋ ਪਾਪ ਮੈਂ ਪਾਪੀ ਬੜ ਦੋ। ਕਿਉਂਕਿ ਕਪਟ ਕਰਨ ਦੇ ਵਿੱਚ, ਛਲ ਧੋਖਾ ਕਰਨ ਦੇ ਵਿੱਚ, ਪਾਪ ਕਰਨ ਦੇ ਵਿੱਚ ਦੋਨੇ ਪਾਪੀ ਇੱਕ ਦੂਜੇ ਤੋਂ ਚਤਰ ਨੇ। ਉਧਰੋਂ ਬ੍ਰਾਹਮਣ, ਉਧਰੋਂ ਪ੍ਰਿਥੀਆ। ਪਾਪ ਕਰਨ ਵਾਸਤੇ, ਧੋਖਾ ਕਰਨ ਵਾਸਤੇ ਇੱਕ ਦੂਜੇ ਦੇ ਉਸਤਾਦ ਹਨ। ਬਹੁਤ ਬਾਤ ਪਰ ਪੱਕ ਕਰ ਦਿਜ ਗੁਰ ਘਰ ਆਵਾ। ਲੋਏ ਬਹੁਤ ਤਰ੍ਹਾਂ ਦੇ ਨਾਲ ਪੱਕੀ ਗੱਲ ਕਰਕੇ, ਪੱਕਾ ਫੈਸਲਾ ਕਰਕੇ ਹੁਣ ਇਹ ਬ੍ਰਾਹਮਣ ਗੁਰੂ ਘਰ ਦੇ ਵਿੱਚ ਆ ਗਿਆ। ਰਾਤ ਦੇ ਹਨੇਰੇ ਵਿੱਚ ਦੋਹਾਂ ਨੇ ਲੋਕੇ ਮੀਟਿੰਗ ਕੀਤੀ ਹੈ ਤੇ ਸਾਰਾ ਕੁਝ ਇਹਨੂੰ ਸਿਖਾ ਕੇ, ਮਤਾ ਪਕਾ ਕੇ ਇਹਨੂੰ ਗੁਰੂ ਘਰ ਦੇ ਵਿੱਚ ਭੇਜ ਦਿੱਤਾ। ਪ੍ਰਿਥੀਏ ਨੇ ਜੋ ਬਿਖ ਦਈ ਸੋ ਸਿਰ ਧਰ ਲਿਆਵਾ। ਲੋ ਪ੍ਰਿਥੀਏ ਨੇ ਆਪਣੇ ਹੱਥੀਂ ਜ਼ਹਿਰ ਦਿੱਤੀ ਹੈ। ਉਹ ਜਿਹੜੀ ਜ਼ਹਿਰ ਦੀ ਪੁੜੀ ਸੀ, ਇਹ ਬ੍ਰਾਹਮਣ ਉਸ ਨੂੰ ਆਪਣੇ ਸਿਰ ਦੀ ਪੱਗ ਵਿੱਚ ਲੁਕਾ ਕੇ ਤੇ ਗੁਰੂ ਘਰ ਦੇ ਵਿੱਚ ਲੈ ਕੇ ਆ ਗਿਆ। ਦੋਹਰਾ ਪਾਹਨ ਸੋ ਪੀਸਨ ਕਰੀ ਅਤ ਸੂਖਮ ਤਿਸ ਰਾਤ। ਲੋ ਇਸ ਬ੍ਰਾਹਮਣ ਨੇ ਰਾਤੋਂ ਰਾਤ ਉਹ ਜਿਹੜੀ ਜ਼ਹਿਰ ਦੀ ਪੁੜੀ ਸੀ ਘਰ ਦੇ ਵਿੱਚ ਲਿਆ ਕੇ ਇੱਕ ਪੱਥਰ ਦੇ ਨਾਲ ਉਸ ਨੂੰ ਪੀਸ ਲਿਆ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹਮਾਮ ਜਿਸਦਾ ਹੁੰਦਾ ਜਾਂ ਡੰਡਾ ਕੁੰਡਾ ਹੁੰਦਾ ਤੇ ਪੱਥਰ ਵੀ ਲੋਕ ਕੋਈ ਛੋਟਾ ਮੋਟਾ ਕੰਮ ਕਰਨਾ ਹੁੰਦਾ। ਆ ਹੁਣ ਵੀ ਬਿਹਾਰ ਬੰਗਾਲ ਦੇ ਵਿੱਚ ਉਹ ਪੱਥਰ ਦੇ ਨਾਲ ਮਿਰਚਾਂ ਪੀਸਦੇ ਨੇ ਤੇ ਇਹਨੇ ਵੀ ਉਸ ਪੱਥਰ ਦੇ ਨਾਲ ਹੇਠਾਂ ਇੱਕ ਚਪਟਾ ਜਿਹਾ ਪੱਥਰ ਰੱਖ ਕੇ ਉੱਪਰ ਗੋਲ ਪੱਥਰ ਦੇ ਨਾਲ ਉਸ ਜ਼ਹਿਰ ਨੂੰ ਪੀਸਣਾ ਕੀਤਾ, ਬਹੁਤ ਬਾਰੀਕ ਕਰ ਲਈ। ਪੂਰੀ ਬੰਦ ਸਿਰ ਮੈਂ ਧਰੀ ਉੱਠ ਕਰ ਹੈ ਦਿਓ ਪ੍ਰਾਤ। ਉਹ ਪੁੜੀ ਬੰਨ ਕੇ ਫਿਰ ਆਪਣੇ ਸਿਰ ਦੀ ਪੱਗ ਵਿੱਚ ਹੀ ਲੁਕਾ ਲਈ ਤੇ ਹੁਣ ਸੋਚਦਾ ਰਾਤ ਨੂੰ ਹੁਣ ਤਿਆਰੀ ਹੋ ਗਈ ਹੈ। ਪ੍ਰਿਥੀਏ ਨੇ ਜ਼ਹਿਰ ਦੀ ਪੁੜੀ ਦਿੱਤੀ, ਇਹਨੇ ਪੀਸ ਕੇ ਤਿਆਰੀ ਕਰਕੇ ਆਪਣੀ ਪੱਗ ਵਿੱਚ ਰੱਖ ਲਈ ਤੇ ਪੱਕਾ ਫੈਸਲਾ ਕਰ ਲਿਆ ਹੁਣ ਸਵੇਰ ਹੁੰਦਿਆਂ ਸਾਰ ਮੈਂ ਸਾਹਿਬਜ਼ਾਦੇ ਨੂੰ ਇਹ ਜ਼ਹਿਰ ਦੀ ਪੁੜੀ ਦੇਣੀ ਹੈ। ਰਹਿਣ ਸੈਨ ਕਰ ਪਰ ਰਹੇ ਐਨ ਗੁਰੂ ਕੇ ਬ੍ਰਿਪਰ। ਲੋਕ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਜਿਹੜਾ ਬ੍ਰਾਹਮਣ ਸੀ ਰਹਿੰਦਾ ਗੁਰੂ ਘਰ ਦੇ ਵਿੱਚ ਸੀ ਤੇ ਰਾਤ ਨੂੰ ਇਸ ਤਰ੍ਹਾਂ ਹੀ ਸਾਰੀ ਤਿਆਰੀ ਕਰਕੇ ਬਾਕੀ ਵੀ ਸੇਵਾਦਾਰ ਆਰਾਮ ਕਰਨ ਲੱਗੇ। ਇਹ ਬ੍ਰਾਹਮਣ ਵੀ ਇਸ ਤਰ੍ਹਾਂ ਰਾਤ ਨੂੰ ਸੌਂ ਗਿਆ। ਰਾਤ ਹੋਤ ਜਾਗਤ ਭਏ ਕਰਿਓ ਪਾਪ ਚਹਿ ਛਿਪਰ। ਹੁਣ ਸਵੇਰ ਹੋਇਆ, ਬ੍ਰਾਹਮਣ ਵੀ ਜਾਗ ਪਿਆ, ਹੋਰ ਸੇਵਾਦਾਰ ਵੀ ਜਾਗ ਪਏ ਨੇ, ਮਾਤਾ ਗੰਗਾ ਜੀ ਵੀ ਤੇ ਸਾਹਿਬਜ਼ਾਦੇ ਬੱਚੇ ਕੁਛ ਲੇਟ ਉੱਠਦੇ ਨੇ। ਪਰ ਇਹ ਹੁਣ ਪਾਪੀ ਪਾਪ ਕਰਨਾ ਚਾਹੁੰਦਾ ਵੀ ਮੈਂ ਛੇਤੀ ਇਹ ਕੰਮ ਕਰਾਂ। ਦੋਹਰਾ ਭਈ ਪ੍ਰਾਤ ਉੱਠ ਵਿਪਰ ਨੇ ਹਰ ਗੋਬਿੰਦ ਲੈ ਗੋਦ। ਲੋਕ ਕਵੀ ਜੀ ਕਹਿੰਦੇ ਨੇ ਜਦੋਂ ਸਵੇਰ ਹੋਈ ਹੈ ਉਸ ਬ੍ਰਾਹਮਣ ਨੇ ਉੱਠਿਆ, ਤਿਆਰੀ ਪਹਿਲਾਂ ਕੀਤੀ ਹੋਈ ਸੀ, ਜ਼ਹਿਰ ਪੀਸ ਕੇ ਪੁੜੀ ਪੱਗ ਵਿੱਚ ਲੁਕੋਈ ਹੋਈ ਸੀ ਤੇ ਇਸ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੋਦੀ ਚੱਕ ਲਿਆ। ਇਤ ਉਤ ਲਗਿਓ ਖਿਲਾਵਨੇ ਗੰਗਾ ਦਿਖਤ ਪ੍ਰਮੋਦ। ਇਧਰ ਉਧਰ ਉਹਨਾਂ ਨੂੰ ਲਈ ਫਿਰਦਾ ਹੈ, ਖਡਾਉਂਦਾ ਹੈ ਤੇ ਮਾਤਾ ਗੰਗਾ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਸਾਜ਼ਿਸ਼ ਬਣਾਈ ਗਈ ਹੈ, ਕੀ ਇਹਨਾਂ ਨੇ ਨਾਟਕ ਕਰਨਾ ਹੈ, ਕਿਹੋ ਜਿਹਾ ਧੋਖਾ ਕਰਨਾ ਹੈ, ਕਿਹੋ ਜਿਹਾ ਪਾਪ ਕਰਨਾ ਹੈ। ਹੁਣ ਜਦੋਂ ਇਹ ਬ੍ਰਾਹਮਣ ਸਾਹਿਬਜ਼ਾਦੇ ਨੂੰ ਇਧਰ ਉਧਰ ਲੈ ਕੇ ਖਡਾਉਂਦਾ ਹੈ, ਦੇਖ ਕੇ ਮਾਤਾ ਗੰਗਾ ਜੀ ਪ੍ਰਸੰਨ ਹੁੰਦੇ ਹਨ। ਨਿਸ਼ਾਨੀ ਛੰਦ ਦਾਸੀ ਦਦ ਲਿਆਵਤ ਪਈ ਬਹੁ ਮਦਰ ਮਲਾਈ। ਲੋ ਦਾਸੀ ਨੂੰ ਆਖਿਆ ਵੀ ਸਾਹਿਬਜ਼ਾਦੇ ਨੂੰ ਦਹੀਂ ਖਵਾਓ। ਰੋਜ਼ ਛਕਦੇ ਸਨ, ਬੱਚਿਆਂ ਨੂੰ ਦਹੀਂ ਖਵਾਇਆ ਜਾਂਦਾ ਹੈ।
ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਹੁਣ ਦਾਸੀ ਦਹੀਂ ਦਾ ਕਟੋਰਾ ਭਰ ਕੇ ਲਿਆਈ ਹੈ, ਜੋ ਬਹੁਤ ਮਿੱਠਾ ਸੀ ਤੇ ਮਲਾਈ ਵਾਲਾ ਦਹੀਂ ਸੀ। ਅਲਪ ਕਟੋਰਾ ਰਜਤ ਕੋ ਜਿਸ ਮੈਂ ਨਿਤ ਖਾਈ। ਉਹ ਚਾਂਦੀ ਦਾ ਕਟੋਰਾ ਬਣਿਆ ਹੋਇਆ ਸੀ। ਉਹ ਚਾਂਦੀ ਦੇ ਕਟੋਰੇ ਦੇ ਵਿੱਚ ਤੇ ਦਹੀਂ, ਮਲਾਈ ਵਾਲਾ ਮਿੱਠਾ ਦਹੀਂ ਤਿਆਰ ਕਰਕੇ ਦਾਸੀ ਲੈ ਆਈ ਹੈ, ਜੋ ਹਮੇਸ਼ਾ ਹੀ ਖਾਂਦੇ ਸਨ। ਤਬ ਦੇਜ ਨਿਜ ਕਰ ਮੋਹ ਲਿਓ ਸਭ ਆਂਖ ਬਚਾਵੇ। ਤੇ ਉਸ ਪਾਪੀ ਬ੍ਰਾਹਮਣ ਨੇ ਉਹ ਦਹੀਂ ਦਾ ਕਟੋਰਾ ਆਪਣੇ ਹੱਥ ਵਿੱਚ ਲਿਆ ਹੈ ਤੇ ਸਭ ਤੋਂ ਅੱਖ ਬਚਾ ਕੇ, ਭਾਵ ਸਾਰਿਆਂ ਤੋਂ ਪਰਦਾ ਚੋਰੀ ਕਰਕੇ, ਘਰ ਉੱਪਰ ਘਰ ਗਇਓ ਤੈ ਨ ਅਪਰ ਦਿਖਾਵੇ। ਉੱਤੇ ਚੁਬਾਰਾ ਪਾਇਆ ਹੋਇਆ ਸੀ, ਘਰ ਦੇ ਉੱਤੇ ਘਰ, ਉੱਪਰਲੇ ਚੁਬਾਰੇ ਵਿੱਚ ਸਾਹਿਬਜ਼ਾਦੇ ਨੂੰ ਚੁੱਕ ਕੇ ਲੈ ਗਿਆ। ਧਰਿਓ ਕਟੋਰਾ ਤਾਕ ਮੈਂ ਸੋ ਪੁਰੀ ਨਿਕਾਰੀ। ਕਿਉਂਕਿ ਚੁਬਾਰਾ ਖਾਲੀ ਸੀ ਤੇ ਉਸ ਚੁਬਾਰੇ ਵਿੱਚ ਲੈ ਗਿਆ ਵੀ ਕੋਈ ਹੋਰ ਨਾ ਦੇਖ ਸਕੇ। ਉਹ ਜਿਹੜਾ ਦਹੀਂ ਦਾ ਕਟੋਰਾ ਸੀ ਉਸ ਨੂੰ ਉਹ ਤਖਤ ਦੇ ਵਿੱਚ ਆਲੇ ਵਿੱਚ ਰੱਖ ਦਿੱਤਾ ਤੇ ਫਿਰ ਆਪਣੇ ਪੱਗ ਦੇ ਵਿੱਚੋਂ ਜਿਹੜੀ ਜ਼ਹਿਰ ਦੀ ਪੁੜੀ ਲਕੋਈ ਹੋਈ ਸੀ ਉਹ ਕੱਢ ਲਈ। ਤਦ ਮੈਂ ਦੀਨ ਸੁਝਾਰ ਕਰ ਵਿੱਚ ਅੰਗੁਰੀ ਮਾਰੀ। ਉਹਨੂੰ ਦਹੀਂ ਵਿੱਚ ਝਾੜ ਦਿੱਤਾ। ਜਿਹੜੀ ਪੁੜੀ ਸੀ ਨਾ ਕਾਗਜ਼ ਦੇ ਵਿੱਚ ਜ਼ਹਿਰ ਲਪੇਟੀ ਹੋਈ ਸੀ, ਪੁੜੀ ਦੁੱਧ ਦੇ ਕਟੋਰੇ ਵਿੱਚ ਝਾੜ ਦਿੱਤੀ ਹੈ ਤੇ ਫਿਰ ਨਾਲ ਹੀ ਉਸੇ ਵੇਲੇ ਉਂਗਲ ਦੇ ਨਾਲ ਖੋਰ ਦਿੱਤਾ। ਕਿਉਂਕਿ ਪੁਰਾਣੇ ਸਮੇਂ ਵਿੱਚ ਚਮਚੇ ਘੱਟ ਸਨ, ਕੋਈ ਖੰਡ ਵੀ, ਕੋਈ ਲੂਣ ਆਦਿ ਉਂਗਲ ਨਾਲ ਹੀ ਬਜ਼ੁਰਗ ਘੋਲ ਲੈਂਦੇ ਸੀ। ਉਂਗਲ ਦੇ ਨਾਲ ਹੀ ਜ਼ਹਿਰ ਦੀ ਪੁੜੀ ਘੋਲ ਦਿੱਤੀ। ਨੀਕੋ ਦਿਓ ਮਿਲਾਏ ਕੈ ਨ ਲਖਿਆ ਨਿਆਰੇ। ਉਸ ਜ਼ਹਿਰ ਨੂੰ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰ ਦਿੱਤਾ ਵੀ ਉਹਨੂੰ ਵੱਖਰਾ ਪਤਾ ਨਾ ਲੱਗ ਸਕੇ। ਤਰਕਤ ਛਾਤੀ ਤਰਾਸ ਕਰ ਇਤ ਉਤੈ ਨਿਹਾਰੇ। ਤੇ ਨਾਲੇ ਪਾਪੀ ਦੀ ਛਾਤੀ ਧੜਕਦੀ ਹੈ, ਦਿਲ ਧੱਕ ਧੱਕ ਕਰਦਾ, ਡਰਦਾ ਹੈ, ਇੱਧਰ ਉੱਧਰ ਵੇਖਦਾ, ਕੋਈ ਮੈਨੂੰ ਕੋਈ ਵੇਖ ਤੇ ਨਹੀਂ ਰਿਹਾ। ਬੇਪਛਿਪਰ ਕੋ ਕਰਤ ਭਾਗੈ ਹਾਥ ਕਟੋਰਾ। ਤੇ ਫਿਰ ਇਸ ਬ੍ਰਾਹਮਣ ਨੇ ਬਹੁਤ ਕਾਹਲੀ ਕੀਤੀ, ਹੱਥ ਵਿੱਚੋਂ ਦਹੀਂ ਵਾਲਾ ਕਟੋਰਾ ਫੜਿਆ ਹੋਇਆ। ਲਗਿਓ ਪਿਲਾਵਨ ਨੂੰ ਪਰੇ ਕਰ ਮੁਖ ਕੀ ਓਰਾ। ਤੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਦੇ ਮੁਖ ਦੇ ਵੱਲ ਦਹੀਂ ਦਾ ਕਟੋਰਾ ਕਰਕੇ ਤੇ ਗੁਰੂ ਮਹਾਰਾਜ ਨੂੰ ਪਿਆਉਣ ਲੱਗਿਆ ਵੀ ਕਟੋਰੇ ਨੂੰ ਮੂੰਹ ਲਾ ਕੇ ਮੈਂ ਇੱਕੋ ਵਾਰੀ ਇਹਨਾਂ ਨੂੰ ਦਹੀਂ ਪਿਆ ਦੇਵਾਂ। ਸ੍ਰੀ ਗੁਰੂ ਹਰਗੋਬਿੰਦ ਜੀ ਸਭ ਅੰਤਰ ਜਾਮੀ। ਹੁਣ 5 ਸਾਲ ਤੋਂ ਉੱਪਰ ਉਮਰ ਹੋ ਗਈ ਸੀ। ਬੱਚੇ ਹੁਣ ਕੌਲੀ ਨਾਲ, ਦੁੱਧ ਨਾਲ, ਕਟੋਰੇ ਨਾਲ ਦੁੱਧ ਅਕਸਰ ਪੀ ਲੈਂਦੇ ਨੇ ਤੇ ਹੁਣ ਇਸ ਨੇ ਸੋਚਿਆ ਵੀ ਮੈਂ ਇਹ ਜ਼ਹਿਰੀਲਾ ਦਹੀਂ ਕਟੋਰੇ ਨਾਲ ਪਿਆ ਦੇਵਾਂ। ਉਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਸਰਬੱਗ ਸਤਿਗੁਰੂ कट कट के अंतर की जानत भले बुरे की पीर पशांत इस ब्राह्मण की खामी नू समझ गए। नाक ऐठ फेरियो बदन लख कैद ज खामी। उस ब्राह्मण की खामी का अर्थ कोताही समझ के भी ये गुस्ताखी कर रहा है, बहुत वड्डी गलती कर रहा है। ते गुरु महाराज ने दही नू वेख के नक जा चढ़ाया, जिवें बच्चे ना नक चढ़ाउंदे ने, ते नाले मुंह दूजे पासे कर लिया। जिजने बल ते मोर मुख किए सम्मुख कटोरा। उस ब्राह्मण ने, पापी ब्राह्मण ने जोर दे नाल, क्योंकि गुरु महाराज बच्चे सन, ये ते वड्डा सी, जोर दे नाल गुरु महाराज दे मुंह वाल नूं फेर एक कटोरा करन लग्या। बाग करूर ते झिरक तो हाउ इत ओरा। ते नाले जिवें बच्चियां नूं वड्डे झटकदे ने ना, ते ये ब्राह्मण साहिबजादे नूं डराउंदा भी है। कहंदा है बई तू मेरी ध्यान दे नाल गल सुन, दही खा ले, नहीं तो इधर हाऊ आउंदा। कई माइयां कहंदे माऊ आउंदा, बच्चियां नूं डराउंदियां ने, पर यह कहंदा भी इत्थे हऊआ है, माऊ है, तेनू वो डरावेगा। आवह गैल जाएगो ना तुर दद पीजे। ब्राह्मण गुरु हरगोबिंद साहब महाराज नूं डरा रहे भी वो हाऊआ आवेगा, तेनू पकड़ के ले जावेगा, नहीं ते दुध पी ले। अदक मधुर है स्वाद में न देर करीजे। बड़ा मिठा इहदे विच खंड भी पाई हुई है ते बड़ा स्वाद है, इहनू छेती पी ले, देर ना ला। हरगोबिंद श्री गुर तबै जानियो मख लावे। ते गुरु हरगोबिंद साहब महाराज ने सोचिया भी हुणे ब्राह्मण धक्के दे नाल साडे मूंह नूं दही ला रहा है। छल ते बल को करत है बिखर दुर्जन पिलावे। बड़े छल दे नाल, कपट दे नाल ते बड़े जोर दे नाल गुरु महाराज दे नाल जबरदस्ती कर रहा है। ते गुरु महाराज सारी गल नूं समझ गए भी ये दुष्ट सानू जहर पियाउणी चाहुंदा है। निज कर सो बिख ददी मिल दीनो सो हटाई। जदों ना ही हटिया ना ते गुरु महाराज ने, भावें बाल सतगुरु ने, छोटी उम्र है,
ਤੇ ਆਪਣੇ ਹੱਥ ਦੇ ਨਾਲ ਦਹੀਂ ਦਾ ਕਟੋਰਾ ਪਿੱਛੇ ਹਟਾ ਦਿੱਤਾ ਵੀ ਮੈਂ ਨਹੀਂ ਦਹੀਂ ਪੀਵਾਂਗਾ। ਨਿਕਟ ਨਾ ਮੁੱਕੋ ਕਰਤ ਭੇ ਇਤ ਉਤ ਫਿਰ ਜਾਈ। ਤੇ ਗੁਰੂ ਮਹਾਰਾਜ ਕਟੋਰੇ ਦੇ ਨੇੜੇ ਮੂੰਹ ਨਹੀਂ ਕਰਦੇ। ਜਦੋਂ ਇਹ ਧੱਕੇ ਦੇ ਨਾਲ ਵੀ ਪਿਆਉਂਦਾ ਹੈ ਨਾ, ਇਧਰ ਉਧਰ ਗੁਰੂ ਮਹਾਰਾਜ ਮੂੰਹ ਆਪਣਾ ਮੋੜ ਲੈਂਦੇ ਹਨ। ਵਿਪਰ ਕ੍ਰੋਧ ਕੋ ਕਰਤ ਬੈ ਤਾੜ ਝੜਕੰਤਾ। ਇਹ ਬ੍ਰਾਹਮਣ ਬੜੇ ਗੁੱਸੇ ਦੇ ਵਿੱਚ ਆ ਗਿਆ ਤੇ ਹੁਣ ਸਾਹਿਬਜ਼ਾਦੇ ਨੂੰ ਨਾਲੇ ਤੇ ਤਾੜਦਾ ਤੇ ਨਾਲੇ ਝਿੜਕਦਾ, ਕਿਉਂਕਿ ਚੁਬਾਰੇ ਵਿੱਚ ਲੈ ਗਿਆ। ਹੁਣ ਕਈ ਜਿਹੜੇ ਖਡਾਵੇ ਵੀ ਹੁੰਦੇ ਨੇ, ਉਹ ਬੱਚਿਆਂ ਨੂੰ ਮਾਤਾ ਪਿਤਾ ਦੀ ਨਿਗਾਹ ਤੋਂ ਪਾਸੇ ਜਾ ਕੇ ਘੂਰਦੇ ਵੀ ਨੇ, ਕੁੱਟਦੇ ਮਾਰਦੇ ਵੀ ਨੇ। ਇਸੇ ਤਰ੍ਹਾਂ ਇਸ ਬ੍ਰਾਹਮਣ ਨੇ ਵੀ ਇਹ ਕੰਮ ਸ਼ੁਰੂ ਕੀਤਾ। ਕਹੇ ਹਾਥ ਦੇ ਹਾਥ ਇੱਕ ਬਲ ਸਕਲ ਕਰੰਤਾ। ਤੇ ਆਪਣੇ ਹੱਥ ਵਿੱਚ ਗੁਰੂ ਮਹਾਰਾਜ ਦੇ ਦੋਵੇਂ ਹੱਥ ਫੜ ਲਏ, ਜਿਵੇਂ ਬੱਚੀਆਂ ਦੋਵੇਂ ਹੱਥ ਫੜ ਕੇ ਜ਼ਬਰਦਸਤੀ। ਹੁਣ ਗੁਰੂ ਮਹਾਰਾਜ ਦੇ ਮੂੰਹ ਨੂੰ ਉਹ ਜ਼ਹਿਰ ਵਾਲਾ ਦਹੀਂ ਲਾਉਣਾ ਚਾਹੁੰਦਾ ਹੈ। ਦੂਜੇ ਹੱਥ ਸੋ ਦਦ ਗਹਿਓ ਮੁਖ ਬਲ ਕਰ ਲਾਇਓ। ਦੋਵੇਂ ਹੱਥ ਪਕੜ ਕੇ ਨਾ ਗੁਰੂ ਮਹਾਰਾਜ ਦੇ, ਕਿਉਂਕਿ ਸਤਿਗੁਰੂ ਛੋਟੇ ਨੇ, ਤੇ ਦੋਵੇਂ ਹੱਥਾਂ ਦੇ ਨਾਲ ਦੋਵੇਂ ਹੱਥ ਪਕੜ ਕੇ ਤੇ ਫੇਰ ਇੱਕ ਹੱਥ ਦੇ ਨਾਲ ਜ਼ੋਰ ਦੇ ਨਾਲ ਧੱਕੇ ਦੇ ਨਾਲ ਗੁਰੂ ਮਹਾਰਾਜ ਦੇ ਮੂੰਹ ਨੂੰ ਦਹੀਂ ਲਾ ਰਿਹਾ ਹੈ। ਨੇਤਰ ਦਿਖਾਵਤ ਲਾਲ ਕਰ ਬੜ ਤਰਾਸ ਉਪਾਇਓ। ਇਹ ਬ੍ਰਾਹਮਣ ਅੱਖਾਂ ਲਾਲ ਕਰਕੇ ਗੁਰੂ ਮਹਾਰਾਜ ਨੂੰ ਬੱਚੇ ਨੇ ਡਰਾਉਂਦਾ ਹੈ ਤੇ ਵੀ ਕਿਸੇ ਨਾਲ ਕਿਸੇ ਤਰ੍ਹਾਂ ਡਰ ਕੇ ਹੀ ਇਹ ਸ਼ੱਕ ਲੈਣ ਇਸ ਢੰਗ ਦੇ ਨਾਲ ਯਤਨ ਕਰ ਰਿਹਾ ਹੈ। ਹਰ ਗੋਬਿੰਦ ਮੁਖ ਬਲ ਧਰੇ ਚਿੰਗਾਰ ਪੁਕਾਰੀ। ਲੋ ਜਦੋਂ ਇਹ ਬ੍ਰਾਹਮਣ ਜ਼ਬਰਦਸਤੀ ਗੁਰੂ ਮਹਾਰਾਜ ਨੂੰ ਦਹੀਂ ਪਿਆਉਣ ਲੱਗਿਆ ਤੇ ਗੁਰੂ ਮਹਾਰਾਜ ਨੇ ਬਾਲ ਲੀਲਾ ਦੇ ਚੋਜ ਕਰਦਿਆਂ ਹੋਇਆਂ ਬਹੁਤ ਉੱਚੀ ਗੁਰੂ ਮਹਾਰਾਜ ਨੇ ਚੀਕ ਮਾਰ ਦਿੱਤੀ। ਸ਼ੋਰ ਕਰੇ ਉੱਚੇ ਮਹਾ ਰੋਦਤ ਰਵ ਭਾਰੀ। ਤੇ ਬਹੁਤ ਗੁਰੂ ਮਹਾਰਾਜ ਨੇ ਸ਼ੋਰ ਮਚਾ ਦਿੱਤਾ, ਉੱਚੀ ਆਵਾਜ਼ ਦੇ ਵਿੱਚ ਰੋਣ ਲੱਗ ਪਏ। ਦਦੀ ਲਗਾਈ ਅਦਰ ਸੋਧ ਅਦਮ ਸੋ ਜੋਰੇ। ਉਸ ਪਾਪੀ ਬ੍ਰਾਹਮਣ ਨੇ ਗੁਰੂ ਮਹਾਰਾਜ ਦੇ ਮੂੰਹ ਨੂੰ ਦਹੀਂ ਲਾ ਵੀ ਦਿੱਤੀ ਸੀ, ਥੋੜੀ ਜਿਹੀ ਬੁੱਲਾਂ ਨੂੰ ਲੱਗ ਗਈ ਸੀ ਪਰ ਅੰਦਰ ਨਹੀਂ ਸੀ ਲੰਘ ਸਕੀ। ਤਉ ਸਬਦਤ ਸੀਸ ਕਰਿਓ ਇਤ ਉਤ ਮੁਖ ਮੋਰੇ। ਤਾਂ ਵੀ ਗੁਰੂ ਮਹਾਰਾਜ ਨੇ ਬਹੁਤ ਉੱਚੀ ਆਵਾਜ਼ ਦੇ ਵਿੱਚ ਰੋਣਾ ਸ਼ੁਰੂ ਕਰ ਦਿੱਤਾ। ਇਹ ਇੱਕ ਸਿਗਨਲ ਸੀ ਗੁਰੂ ਮਹਾਰਾਜ ਨੂੰ, ਮਾਤਾ ਗੰਗਾ ਜੀ ਨੂੰ ਪਤਾ ਲੱਗ ਜਾਵੇ ਤੇ ਨਾਲ ਆਪਣਾ ਮੁਖ ਇੱਧਰ ਉੱਧਰ ਗੁਰੂ ਮਹਾਰਾਜ ਮੋੜਨ ਦਾ ਯਤਨ ਕਰਦੇ ਹਨ। ਕਰ ਪਕਰੇ ਕਰ ਜੋਰ ਸੋ ਦਦ ਦਿਸ਼ ਮੁਖ ਫੇਰੈ। ਇਹ ਫਿਰ ਦੋਵੇਂ ਹੱਥ ਜ਼ੋਰ ਦੇ ਨਾਲ ਪਕੜ ਕੇ ਬਾਰ-ਬਾਰ ਉਹ ਦਹੀਂ ਦਾ ਕਟੋਰਾ ਗੁਰੂ ਮਹਾਰਾਜ ਦੇ ਮੂੰਹ ਵੱਲ ਨੂੰ ਮੋੜਦਾ ਹੈ। ਕਿਆ ਹੋਵਤ ਹੈ ਤੋਹੇ ਕੋ ਉੱਚੇ ਇਮਟੇਰੈ। ਤੇ ਨਾਲ ਉੱਚੀ ਉੱਚੀ ਬੋਲ ਕੇ ਸੁਣਾਉਂਦਾ, ਤੈਨੂੰ ਅੱਜ ਕੀ ਹੋ ਗਿਆ? ਅੱਗੇ ਤੂੰ ਰੋਜ਼ ਦੁੱਧ ਪੀਂਦਾ ਸੀ, ਦਹੀਂ ਖਾਂਦਾ ਸੀ, ਅੱਜ ਕਿਉਂ ਨਹੀਂ ਖਾ ਰਿਹਾ? ਜਿਨਹਿ ਪੀਵਤ ਅਬ ਭਲਾ ਆਵਤ ਹੈ ਹਾਊ। ਤੇ ਜੇ ਤੂੰ ਹੁਣ ਨਹੀਂ ਦਹੀਂ ਛਕੇਗਾ ਤੇ ਵੇਖ ਲੈ ਫਿਰ ਮਾਊ ਆਉਂਦਾ, ਹਊਆ ਆਉਂਦਾ, ਉਹ ਤੈਨੂੰ ਪਕੜ ਲਵੇਗਾ। ਕਹਿ ਲੈਵੈ ਛੋਰੈ ਨਹੀਂ ਮੈਂ ਤੋ ਚੱਲ ਜਾਊਂ। ਮੈਂ ਤੈਨੂੰ ਕੱਲੇ ਨੂੰ ਛੱਡ ਕੇ ਚਲਿਆ ਜਾਵਾਂਗਾ। ਉਹ ਮਾਊ ਆਵੇਗਾ, ਤੈਨੂੰ ਫੜ ਕੇ ਲੈ ਜਾਵੇਗਾ। ਫੇਰ ਘੇਰ ਬੋ ਕਰਤ ਹੈ ਕਬਿਹੂ ਪਰਚਾਵੈ। ਤੇ ਫੇਰ ਮੁਸ਼ਾਲ ਕਪਟ ਕਰ ਕਰਕੇ ਤੇ ਗੁਰੂ ਮਹਾਰਾਜ ਨੂੰ ਪਰਚਾ ਕੇ ਜ਼ਹਿਰੀਲਾ ਦਹੀਂ ਖਵਾਉਣ ਦਾ ਯਤਨ ਕਰ ਰਿਹਾ ਹੈ। ਹਾਥ ਗਰੀਬ ਡਿੜ ਗਹਿ ਰਿਓ ਤਦ ਸਮੁਖ ਲਿਜਾਵੈ। ਤੇ ਬੜਾ ਮਜ਼ਬੂਤ ਹੱਥ ਪਾ ਕੇ ਗੁਰੂ ਮਹਾਰਾਜ ਦੀ ਗਰਦਨ ਨੂੰ, ਸਿਰ ਨੂੰ ਤੇ ਜ਼ੋਰ ਦੇ ਨਾਲ ਧੱਕੇ ਦੇ ਨਾਲ ਦਹੀਂ ਦਾ ਕਟੋਰਾ ਮੂੰਹ ਵੱਲ ਨੂੰ ਲੈ ਕੇ ਜਾਂਦਾ ਹੈ। ਇੱਕ ਵਾਰ ਕਿਮ ਪੀ ਲੇ ਚਾਹਤ ਚਿਤ ਮਾਹੀ। ਇਹ ਬ੍ਰਾਹਮਣ ਪਾਪੀ ਮਨ ਵਿੱਚ ਇਹ ਸੋਚਦਾ ਵੀ ਇੱਕ ਵਾਰੀ ਗੁਰੂ ਮਹਾਰਾਜ ਜਿਸ ਤਰੀਕੇ ਦੇ ਨਾਲ ਇਹ ਦਹੀਂ ਮੂੰਹ ਵਿੱਚ ਛਕ ਲੈਣ। ਬੌਰ ਕਰੈ ਰੋਦ ਨ ਦਿਕ ਮੁਝ ਕੋ ਡਰ ਨਾਹੀ। ਸਤਿਗੁਰੂ ਮਹਾਰਾਜ ਉੱਚੀ ਰੋਣ ਲੱਗ ਪਏ ਸਨ। ਜਦੋਂ ਬੱਚੇ ਰੋਂਦੇ ਨੇ ਮੂੰਹ ਅੜਦੇ ਨੇ, ਇਹਨੇ ਆਖਿਆ ਹੁਣ ਧੱਕੇ ਦੇ ਨਾਲ ਹੀ ਮੈਂ ਇੱਕ ਵਾਰੀ ਦਹੀਂ ਮੂੰਹ ਵਿੱਚ ਪਾ ਦੇਵਾਂ, ਮਗਰੋਂ ਰੋਈ ਜਾਣ ਭਾਵੇਂ, ਫੇਰ ਕੋਈ ਪਰਵਾਹ ਨਹੀਂ। ਇਸ ਢੰਗ ਦੇ ਨਾਲ ਹੀ ਜਿਹੜਾ ਬ੍ਰਾਹਮਣ ਹੈ ਜ਼ਬਰਦਸਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਹੀਂ ਖਵਾਉਣ ਦਾ ਯਤਨ ਕਰ ਰਿਹਾ ਹੈ। ਅੱਗੇ ਜਿਵੇਂ ਇਹਦਾ ਰਿਜ਼ਲਟ ਹੋਵੇਗਾ, ਮਾਤਾ ਗੰਗਾ ਜੀ ਨੂੰ ਗੁਰੂ ਮਹਾਰਾਜ ਤੱਕ ਸੰਦੇਸ਼ ਪਹੁੰਚੇਗਾ, ਉਹ ਪ੍ਰਸੰਗ ਆਪ ਸੰਗਤਾਂ ਨੇ ਕੱਲ ਨੂੰ ਆ ਕੇ ਸਰਵਣ ਕਰਨਾ। ਕਿਉਂ ਅੱਜ ਸ਼ਨੀਵਾਰ ਦਾ ਦਿਨ ਹੈ, ਸਭ ਸੰਗਤਾਂ ਨੇ ਵਾਹਿਗੁਰੂ ਸਿਮਰਨ ਦੇ ਨਾਲ ਜੁੜਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜੇ ਆਪ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ, ਐਸੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੁਬਾਰਕ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਸੰਗਤਾਂ ਹੁਣ ਸਿਮਰਨ ਦਾ ਆਨੰਦ ਮਾਣੋ। ਕਥਾ ਵਿਚਾਰ ਕਰਦਿਆਂ ਹੋਇਆਂ
ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਏਕ ਬਾਰ ਕਮ ਪੀ ਲੈ ਚਾਹਤ ਚਿਤ ਮਾਹੀ, ਬਹੁਰ ਕਰੈ ਰੋਦਨ ਅਧਿਕ ਮੁਝਕੋ ਡਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।